हाँ जी, सत श्री अकाल जी सारिਆਂ ਨੂੰ। ਤਾਂ ਪੈਕਸ ਦੀ ਕਲਾਸ ਤੁਹਾਡਾ ਸਵਾਗਤ ਹੈ ਜੀ। ਤਾਂ ਅੱਜ ਆਪਾਂ ਟੌਪਿਕ ਡਿਸਕਸ ਕਰਾਂਗੇ ਇੱਕ ਬੜੇ ਹੀ ਆਪਣੇ ਭਾਰਤ ਦੇ ਰਾਸ਼ਟਰਪਿਤਾ ਮੋਹਨ ਦਾਸ ਕਰਮਚੰਦ ਗਾਂਧੀ ਜੀ ਬਾਰੇ, ਜਿਨ੍ਹਾਂ ਨੂੰ ਆਪਾਂ ਰਾਸ਼ਟਰਪਿਤਾ, ਬਾਪੂ ਜੀ, ਮਲੰਗ ਬਾਬਾ, ਕਾफ़ी ਨਾਮਾਂ ਨਾਲ ਜਾਣਦੇ ਹਾਂ ਆਪਾਂ। ਉਹਨਾਂ ਬਾਰੇ ਸ਼ੁਰੂ ਕਰਾਂਗੇ ਮੋਹਨ ਦਾਸ ਕਰਮਚੰਦ ਗਾਂਧੀ ਜੀ ਬਾਰੇ, ਕਿਉਂਕਿ ਰੀਸੈਂਟਲੀ 2 ਅਕਤੂਬਰ ਨੂੰ ਆਪਾਂ ਕੀ ਮਨਾ ਕੇ ਗਏ ਹਾਂ, ਮਹਾਤਮਾ ਗਾਂਧੀ ਦੀ ਜਯੰਤੀ ਹੈ, ਗਾਂਧੀ ਜਯੰਤੀ। ਠੀਕ ਹੈ ਜੀ। ਤਾਂ ਅੱਜ ਆਪਾਂ ਇਹਨਾਂ ਬਾਰੇ ਡਿਸਕਸ ਕਰਾਂਗੇ ਆਪਣੇ ਦੇਸ਼ ਦੇ ਰਾਸ਼ਟਰਪਿਤਾ ਮੋਹਨ ਦਾਸ ਕਰਮਚੰਦ ਗਾਂਧੀ ਬਾਰੇ। ਸਭ ਤੋਂ ਪਹਿਲਾਂ ਕੀ ਹੈ, ਜੇ ਆਪਾਂ ਨੇ ਗੱਲ ਕਰੀਏ 2 ਅਕਤੂਬਰ 1869 ਤੋਂ 30 ਜਨਵਰੀ 1948 1948 ਆਪਣੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦਾ ਜੋ ਜਨਮ ਹੈ ਉਹ 2 ਅਕਤੂਬਰ 1869 ਨੂੰ, ਤੇ ਉਹਨਾਂ ਦੀ ਡੈਥ ਹੋਈ ਹੈ 30 ਜਨਵਰੀ 1948 ਨੂੰ ਹੋਈ ਹੈ। ਆਪਾਂ ਅੱਜ ਕੀ ਹੈ ਇਹਨਾਂ ਦੀ ਜਰਨੀ ਬਾਰੇ, ਇਹਨਾਂ ਦੀ ਜੀਵਨੀ ਬਾਰੇ ਡਿਸਕਸ ਕਰਾਂਗੇ, ਮੋਹਨ ਦਾਸ ਕਰਮਚੰਦ ਗਾਂਧੀ ਜੀ ਬਾਰੇ। ਠੀਕ ਹੈ ਜੀ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜਿਸ ਦਿਨ ਇਹਨਾਂ ਦੀ ਡੈਥ ਹੋਈ 30 ਜਨਵਰੀ ਨੂੰ, ਇਸੇ ਕਰਕੇ 30 ਜਨਵਰੀ ਨੂੰ ਆਪਾਂ ਕੀ ਬਣਾਉਂਦੇ ਹਾਂ, ਮਾਰਟੀਅਰ ਡੇ, ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ ਇਹਨਾਂ ਦੀ ਯਾਦ 'ਚ। 30 ਜਨਵਰੀ 1948 ਨੂੰ ਇਹਨਾਂ ਦੀ ਰਾਜਨੀਤਿਕ ਹੱਤਿਆ ਹੋ ਗਈ ਸੀ ਮੋਹਨ ਦਾਸ ਕਰਮਚੰਦ ਗਾਂਧੀ ਦੀ। ਕਿਹਨਾਂ ਨੇ ਕੀਤੀ ਸੀ? ਇੱਕ ਐਡਵੋਕੇਟ ਸੀ ਨਾਥੂ ਰਾਮ ਗੋਡਸੇ, ਉਹਨਾਂ ਦੁਆਰਾ ਕੀ ਹੈ ਇਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ, ਰਾਜਨੀਤਿਕ ਹੱਤਿਆ। ਠੀਕ ਹੈ ਜੀ। ਤਾਂ ਆਪਾਂ ਸਟਾਰਟ ਕਰਾਂਗੇ ਮੋਹਨ ਦਾਸ ਕਰਮਚੰਦ ਗਾਂਧੀ ਜੀ ਬਾਰੇ। ਤਾਂ ਸਭ ਤੋਂ ਪਹਿਲਾਂ ਆਪਾਂ ਕੀ ਦੇਖਣਾ ਹੈ, ਸਭ ਤੋਂ ਪਹਿਲਾਂ ਆਪਾਂ ਇਹਨਾਂ ਦੇ ਜਨਮ ਬਾਰੇ ਦੇਖੀਏ। ਇਹਨਾਂ ਦਾ ਜਿਹੜਾ ਬਰਥ ਹੈ ਉਹ ਕਦੋਂ ਹੋਇਆ ਤੇ ਕਿਹੜੀ ਥਾਂ ਤੇ ਹੋਇਆ, ਬਰਥ ਬਾਰੇ ਆਪਾਂ ਡਿਸਕਸ ਕਰੀਏ। 2 ਅਕਤੂਬਰ 1869 ਦੇ ਵਿੱਚ ਪੋਰਬੰਦਰ, ਗੁਜਰਾਤ, ਪੋਰਬੰਦਰ ਗੁਜਰਾਤ ਦੇ ਵਿੱਚ ਮਹਾਤਮਾ ਗਾਂਧੀ ਜੀ ਦਾ ਜਨਮ ਹੋਇਆ। ਠੀਕ ਹੈ ਜੀ। ਸਭ ਨੂੰ ਪਤਾ ਹੀ ਹੈ ਜੀ, ਜੋ ਮਹਾਤਮਾ ਗਾਂਧੀ ਜੀ ਸ਼ਖਸੀਅਤ ਹੈ, ਇਹਨਾਂ ਦੀ ਸ਼ਖਸੀਅਤ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਅਹਿੰਸਾ ਦੇ ਪੁਜਾਰੀ ਸੀ। ਇਹਨਾਂ ਨੇ ਸਾਰੀ ਉਮਰ ਅਹਿੰਸਾ ਦਾ ਮਾਰਗ ਅਪਣਾਇਆ। ਇਸੇ ਕਰਕੇ 2 ਅਕਤੂਬਰ ਨੂੰ ਆਪਾਂ ਕੀ ਮਨਾਇਆ ਜਾਂਦਾ ਹੈ, ਅੰਤਰਰਾਸ਼ਟਰੀ ਅਹਿੰਸਾ ਦਿਵਸ, ਇੰਟਰਨੈਸ਼ਨਲ ਨੌਨ ਵਾਇਲੈਂਸ ਡੇ। ਅੰਤਰਰਾਸ਼ਟਰੀ ਅਹਿੰਸਾ ਦਿਵਸ ਆਪਾਂ ਸੈਲੀਬ੍ਰੇਟ ਕਰਦੇ ਹਾਂ ਇਹਨਾਂ ਦੇ ਜਨਮ ਦਿਵਸ ਉੱਪਰ, ਅੰਤਰਰਾਸ਼ਟਰੀ ਅਹਿੰਸਾ ਦਿਵਸ। 2 ਅਕਤੂਬਰ 1869 ਨੂੰ ਗੁਜਰਾਤ ਦੇ ਪੋਰਬੰਦਰ ਦੇ ਵਿੱਚ ਮੋਹਨ ਦਾਸ ਕਰਮਚੰਦ ਗਾਂਧੀ ਦਾ ਜਨਮ ਹੋਇਆ। ਠੀਕ ਹੈ ਜੀ। ਅਗਰ ਆਪਾਂ ਗੱਲ ਕਰੀਏ ਇਹਨਾਂ ਦੇ ਫਾਦਰ ਦਾ ਨਾਮ, ਹਿਜ਼ ਫਾਦਰ ਨੇਮ ਵਾਜ਼ ਕਰਮਚੰਦ ਗਾਂਧੀ। ਕਰਮਚੰਦ ਗਾਂਧੀ ਹਿਜ਼ ਫਾਦਰ ਨੇਮ, ਕਿਉਂਕਿ ਇਹ ਇੱਕ ਗੁਜਰਾਤੀ ਸੀਗੇ ਗਾਂਧੀ ਜੀ। ਗੁਜਰਾਤ 'ਚ ਇੱਕ ਪਰੰਪਰਾ ਹੈ ਕਿ ਕੋਈ ਵੀ ਬੰਦਾ ਆਪਦੇ ਨਾਮ ਦੇ ਅੱਗੇ, ਆਪਦੇ ਨਾਮ ਤੋਂ ਬਾਅਦ ਆਪਦੇ ਪਿਤਾ ਦਾ ਨਾਮ ਜ਼ਰੂਰ ਲਗਾਉਂਦਾ। ਇਸੇ ਕਰਕੇ ਕਰਮਚੰਦ ਗਾਂਧੀ ਜਿਹੜਾ ਨਾਮ ਇਹਨਾਂ ਦੇ ਪਿਤਾ ਦਾ ਨਾਮ ਸੀ, ਆਪਦੇ ਨਾਮ ਦੇ ਅੱਗੇ ਆਪਣੇ ਪਿਤਾ ਦਾ ਨਾਮ ਕੀ ਹੈ ਲਿਖਿਆ ਜਾਂਦਾ ਹੈ, ਪਰੰਪਰਾ ਹੈ ਗੁਜਰਾਤ ਦੀ। ਇਸੇ ਕਰਕੇ ਇਹਨਾਂ ਦਾ ਪੂਰਾ ਨਾਮ ਸੀ ਮੋਹਨ ਦਾਸ ਕਰਮਚੰਦ ਗਾਂਧੀ, ਤੇ ਇਹਨਾਂ ਦੇ ਪਿਤਾ ਦਾ ਨਾਮ ਸੀ ਕਰਮਚੰਦ ਗਾਂਧੀ। ਠੀਕ ਹੈ ਜੀ। ਜੋ ਆਪਾਂ ਗੱਲ ਕਰੀਏ ਕਰਮਚੰਦ ਗਾਂਧੀ, ਇਹ ਰਾਜਕੋਟ, ਬੀਕਾਨੇਰ ਤੇ ਪੋਰਬੰਦਰ ਦੇ ਦੀਵਾਨ ਸੀਗੇ। ਇਹਨਾਂ ਦੇ ਪਿਤਾ ਜੀ ਰਾਜਕੋਟ, ਬੀਕਾਨੇਰ ਤੇ ਪੋਰਬੰਦਰ ਦੇ ਦੀਵਾਨ ਸੀਗੇ। ਪੋਰਬੰਦਰ ਦੇ ਕੀ ਸੀਗੇ? ਦੀਵਾਨ। ਇਹਨਾਂ ਦੇ ਪਿਤਾ ਜੀ ਕਰਮਚੰਦ ਗਾਂਧੀ। ਠੀਕ ਹੈ ਜੀ। ਤੇ ਇਹਨਾਂ ਦੀ ਮਾਤਾ ਜੋ ਕਿ ਬੜੇ ਧਾਰਮਿਕ ਖਿਆਲਾਂ ਦੀ ਸੀਗੀ, ਹਿਜ਼ ਮਦਰ ਨੇਮ ਵਾਜ਼ ਪੁਤਲੀ ਭਾਈ। ਇਹਨਾਂ ਦੀ ਮਾਤਾ ਦਾ ਨਾਮ ਸੀ ਪੁਤਲੀ ਭਾਈ, ਜਿਨ੍ਹਾਂ ਤੋਂ ਕੀ ਹੈ ਗਾਂਧੀ ਨੇ ਬੜੇ ਧਾਰਮਿਕ ਖਿਆਲਾਂ ਦੀ ਇਸਤਰੀ ਸੀਗੀ ਪੁਤਲੀ ਭਾਈ। ਉਹਨਾਂ ਤੋਂ ਬੜਾ ਕੁਝ ਸਿੱਖਣ ਨੂੰ ਮਿਲਿਆ ਮੋਹਨ ਦਾਸ ਕਰਮਚੰਦ ਗਾਂਧੀ ਜੀ ਨੂੰ। ਠੀਕ ਹੈ ਜੀ। ਅੱਗੇ ਆਪਾਂ ਦੇਖੀਏ ਤਾਂ ਮਹਾਤਮਾ ਗਾਂਧੀ ਦੇ ਜਨਮ ਤੋਂ ਬਾਅਦ ਕੀ ਹੋਇਆ, ਜਦੋਂ ਇਹ 13 ਸਾਲ ਦੀ ਉਮਰ 'ਚ ਸੀਗੇ
ਤਾਂ ਇਹਨਾਂ ਦਾ ਵਿਵਾਹ ਹੋਇਆ ਕਸਤੂਰਬਾ ਗਾਂਧੀ ਨਾਲ। ਆਪਾਂ ਗੱਲ ਕਰੀਏ ਜਦੋਂ ਗਾਂਧੀ ਜੀ 13 ਵਰਸ਼ ਦੇ ਹੋਏ ਤਾਂ ਇਹਨਾਂ ਦਾ ਵਿਵਾਹ ਕੀ ਹੋਇਆ, ਕਿਸ ਔਰਤ ਨਾਲ ਹੋਇਆ, ਕਸਤੂਰਬਾ ਗਾਂਧੀ। at the age of 13 years, ਜਦੋਂ ਗਾਂਧੀ ਜੀ 13 ਵਰਸ਼ ਦੇ ਹੋਏ ਤਾਂ he was married with ਕਸਤੂਰਬਾ ਗਾਂਧੀ। तेरह वर्ष की उम्र च गांधी जी का की होया, विवाह होया किस दे नाल, कस्तूरबा गांधी नाल। हिज वाइफ नेम वॉज कस्तूरबा गांधी। ठीक है जी। तो कस्तूरबा गांधी की कुखों 4 पुत्रां का जन्म होया। गांधी जी के 4 बेटे होए। गांधी जी हैज़ 4 सन्स। 4 पुत्र सी गांधी जी दे। सब तो बड़े पुत्र का नाम हरी लाल, फिर मनी लाल, रामदास एंड देवदास। ये गांधी जी के 4 पुत्र से, हरी लाल, मनी लाल, रामदास, देवदास। ठीक है जी। इस तो इलावा भी गांधी जी एक बंदे नूं आपदा 5वां पुत्र मानते सी, उन्होंने आपदा 5वां पुत्र मन्निया होया सी उन्होंने। ठीक है ना। वो 5वें पुत्र कहते सी आपदा, उन्होंने टाइटल मिलिया होया सी, आपदा 5वां बेटा बनाया होया सी एक परसन नूं। की है, की लिखांगे आप, गांधी जी गिव द टाइटल एज, गांधी जी गिव द टाइटल एज 5th सन। गांधी जी ने एक आपदा 5वां पुत्र भी किया बनाया होया सी, अडॉप्ट किया होया सी। 5वें पुत्र का खिताब दिता सी किनू, एक परसन सीगे, उन्हां दा नाम सी जमुना लाल बजाज। ही वॉज गांधी जी 5th सन, जमुना लाल बजाज। ठीक है जी, जमुना लाल बजाज। ठीक है जी। तो 5वें पुत्र नूं की है, जमुना लाल बजाज कहे जाते हैं। गांधी के 5वें पुत्र कहे जाने वाले परसन कौन सी, जमुना लाल बजाज। ठीक है जी। फिर आप गल करिए तो ये सीगे गांधी जी का जन्म कित्थे होया, गांधी के पिता का नाम, तो की काम करते सी, राजकोट पोरबंदर के दीवान से। 13 वर्ष की उम्र च गांधी जी का जन्म होया कस्तूरबा बहन गांधी नाल। ते इन्हां दे 4 पुत्र पैदा होए, हरी लाल, मनी लाल, रामदास, देवदास। इस तो इलावा गांधी ने एक 5वां पुत्र अपनाया होया सी, किनू, जमुना लाल बजाज नूं आपदा 5वां पुत्र कहंदे सी गांधी जी। ठीक है जी। अगे आप गल करिए जो गांधी जी ने आपकी प्राइमरी एजुकेशन पूरी कर ली, आपकी जी सैकेंडरी शिक्षा पूरी करन तो बाद 1889 दे विच गांधी जी एजुकेशन लई उन्होंने कित्थे भेजा गया, एजुकेशन लैन लई वो कित्थे गए, इंग्लैंड दे विच। इंग्लैंड च कादी पढ़ाई पढ़न वास्ते, वकालत की पढ़ाई करन वास्ते, बैरिस्टर बनन वास्ते वो कित्थे गए, इंग्लैंड दे विच। तो 1889 तो 1891 तक गांधी जी ने शिक्षा प्राप्त की इंग्लैंड चों। तो इंग्लैंड दे विच शिक्षा प्राप्त की, 3 वर्ष तक की रहे हो इंग्लैंड दे विच रहे, उत्थे बैरिस्टरी की पढ़ाई की। इंग्लैंड दे विच शिक्षा पूरी करन तो बाद गांधी जी भारत वापस लौटे। तो भारत दे विच आके की है हुण, जो कोई बंदा बैरिस्टर बन जाता है फिर वो की करता है, लॉ प्रैक्टिस। जो कोई बंदा वकालत की पढ़ाई पढ़ता है पूरी होने तो बाद वो की है, वकालत की है, वकालत की प्रैक्टिस शुरू करता है। तो आफ्टर रिटर्निंग इंग्लैंड वापसी तो बाद, आफ्टर रिटर्निंग ही स्टार्टड लॉ प्रैक्टिस। उन्होंने लॉ प्रैक्टिस स्टार्ट की। उन्होंने 1-2 केस मिलने शुरू हुए कोर्ट दे विच। ही स्टार्टड लॉ प्रैक्टिस इन राजकोट एंड बॉम्बे। राजकोट ते बॉम्बे दे विच कुछ समा इन्हां ने लॉ प्रैक्टिस की, वकालत की प्रैक्टिस की। पर उन्हां वकालत दे विच कामयाब नहीं हो पाए। उन्हां इन्हां नूं वकालत की सूट नहीं बैठी, इन्हां नूं केस मिलने होए नहीं इन्ने। फिर की होया,
ਗਾਂਧੀ ਦਾ ਇੱਕ ਬ੍ਰਦਰ ਸੀਗਾ, ਗਾਂਧੀ ਦੇ ਇੱਕ ਬ੍ਰਦਰ ਨੇ ਕੀ ਹੈ, ਉਹਨਾਂ ਦੇ ਇੱਕ ਕੀ ਹੈ ਰਿਲੇਟਿਵ ਸੀਗੇ, ਉਹਨਾਂ ਦਾ ਕੇਸ ਗਾਂਧੀ ਜੀ ਨੂੰ ਮਿਲਿਆ। ਤਾਂ ਫਿਰ ਕੀ ਹੋਇਆ, ਸਹੀ 2 ਸਾਲਾਂ ਬਾਅਦ ਗਾਂਧੀ ਜੀ ਨੂੰ ਇੱਕ ਮੁਸਲਮਾਨ ਵਪਾਰੀ ਦਾ ਕੇਸ ਮਿਲਿਆ, ਜਿਹੜਾ ਕਿ ਕੇਸ ਹੈ ਕਿੱਥੋਂ ਦਾ ਸੀਗਾ, ਸਾਊਥ ਅਫਰੀਕਾ ਦਾ। ਠੀਕ ਹੈ ਜੀ। ਤਾਂ ਆਪਾਂ ਕੀ ਕਵਾਂਗੇ, 1893 ਦੇ ਵਿੱਚ ਗਾਂਧੀ ਜੀ ਨੂੰ ਇੱਕ ਦਾਦਾ ਅਬਦੁੱਲਾ ਨਾਮ ਦੇ ਵਿਅਕਤੀ ਦਾ ਕੇਸ ਲੜਨ ਲਈ ਸਾਊਥ ਅਫਰੀਕਾ ਦੇ ਵਿੱਚ ਭੇਜਿਆ ਗਿਆ। 1893 ਦੇ ਵਿੱਚ ਕੀ ਹੋਇਆ, ਇੱਕ ਇੰਡੀਅਨ ਮੁਸਲਿਮ ਸੀਗੇ, ਜਦੋਂ ਗਾਂਧੀ ਨੂੰ ਇੱਥੇ ਕੋਈ ਕੀ ਹੈ ਕੇਸ ਵਗੈਰਾ ਨਹੀਂ ਮਿਲ ਰਹੇ ਸੀਗੇ, ਤਾਂ ਰੋਜੀ ਰੋਟੀ ਲਈ ਵੀ ਕੀ ਹੈ, ਗਾਂਧੀ 1893 ਵਿੱਚ ਕੀ ਹੈ, ਇੱਕ ਭਾਰਤੀ ਮੁਸਲਮਾਨ ਦਾ ਕੇਸ ਸੀਗਾ ਜਿਹੜਾ ਕਿ ਸਾਊਥ ਅਫਰੀਕਾ 'ਚ ਵਪਾਰ ਕਰਦਾ ਸੀ। ਇੱਕ ਵਪਾਰਕ ਕੇਸ ਦੇ ਮਸਲੇ 'ਚ ਗਾਂਧੀ ਜੀ ਦਾਦਾ ਅਬਦੁੱਲਾ ਨਾਮ ਦੇ ਵਿਅਕਤੀ ਦਾ ਕੇਸ ਲੜਨ ਲਈ ਕਿੱਥੇ ਗਏ, ਸਾਊਥ ਅਫਰੀਕਾ। ਤਾਂ ਸਾਊਥ ਅਫਰੀਕਾ ਦੇ ਵਿੱਚ 1893 'ਚ ਇੱਕ ਭਾਰਤੀ ਮੁਸਲਮਾਨ ਦਾਦਾ ਅਬਦੁੱਲਾ ਦਾ ਕੇਸ ਹੈਂਡਲ ਕਰਨ ਲਈ ਗਾਂਧੀ ਜੀ ਸਾਊਥ ਅਫਰੀਕਾ ਦੇ ਵਿੱਚ ਗਏ। ਜੇ ਆਪਾਂ ਗੱਲ ਕਰੀਏ ਉਸ ਟਾਈਮ ਸਾਊਥ ਅਫਰੀਕਾ ਵੀ ਕੀ ਹੈ, ਜਿਸ ਟਾਈਮ ਆਪਣਾ ਭਾਰਤ ਦੇਸ਼ ਗੁਲਾਮ ਸੀ, ਤਾਂ ਸਾਊਥ ਅਫਰੀਕਾ ਵੀ ਕੀ ਹੈ ਬ੍ਰਿਟਿਸ਼ਰਸ ਦੇ ਅੰਡਰ ਹੀ ਸੀਗਾ। ਪਰ ਉੱਥੇ ਆਪਣੇ ਭਾਰਤੀ ਨਾਲੋਂ ਵੀ ਜ਼ਿਆਦਾ ਭੇਦਭਾਵ ਸੀਗਾ, ਰੰਗ ਨਸਲ ਦਾ ਭੇਦਭਾਵ ਬਹੁਤ ਸੀ, ਗੋਰਿਆਂ ਤੇ ਕਾਲਿਆਂ ਦੇ ਵਿਚਕਾਰ ਬੜਾ ਭੇਦਭਾਵ ਕੀਤਾ ਜਾਂਦਾ ਸੀ, ਭਾਰਤ ਨਾਲੋਂ ਵੀ ਜ਼ਿਆਦਾ ਨਜਾਇਜ਼ ਤੌਰ ਤੇ। ਤਾਂ ਗਾਂਧੀ ਜਦੋਂ ਉੱਥੇ ਸਾਊਥ ਅਫਰੀਕਾ ਦਾਦਾ ਅਬਦੁੱਲਾ ਦਾ ਕੇਸ ਲੜਨ ਲਈ ਗਏ, ਤਾਂ ਉੱਥੇ ਇਹਨਾਂ ਨੂੰ ਇਹਨਾਂ ਚੀਜ਼ਾਂ ਦਾ ਸਾਹਮਣਾ ਵੀ ਕਰਨਾ ਪਿਆ। ਰੰਗ ਭੇਦ ਨੂੰ ਲੈ ਗਾਂਧੀ ਜੀ ਨੇ ਕੀ ਬੜਾ ਸਾਹਮਣਾ ਕੀਤਾ, ਇਹਨਾਂ ਨੂੰ ਬੜਾ ਸਾਹਮਣਾ ਕਰਨਾ ਪਿਆ ਉੱਥੇ ਰੰਗ ਭੇਦ ਦੀ ਨੀਤੀ ਨੂੰ ਲੈ ਕੇ। ਤਾਂ ਰੰਗ ਭੇਦ ਨੂੰ ਲੈ ਕੇ ਇਹਨਾਂ ਨਾਲ ਇੱਕ ਘਟਨਾ ਵੀ ਵਾਪਰੀ। ਕੀ ਘਟਨਾ ਵਾਪਰੀ, ਗਾਂਧੀ ਕੀ ਹੈ ਇੱਕ ਵਾਰ ਉੱਥੇ ਸਾਊਥ ਅਫਰੀਕਾ ਦੇ ਵਿੱਚ ਹੀ ਟ੍ਰੇਨ ਦੇ ਵਿੱਚ ਕੀ ਹੈ ਫਸਟ ਕਲਾਸ ਸਫ਼ਰ ਕਰ ਰਹੇ ਸੀ। ਤਾਂ ਉਸ ਟਾਈਮ ਆਪਣੇ ਭਾਰਤੀ ਬੰਦੇ ਜਾਂ ਜਿਹੜੇ ਕਾਲੇ ਨਸਲ ਦੇ ਲੋਕ ਹੁੰਦੇ ਆ, ਉਹਨਾਂ ਲਈ ਫਸਟ ਕਲਾਸ ਦੇ ਸਫ਼ਰ ਕਰਨਾ ਕੀ ਹੈ ਮਨਾਹੀ ਸੀ। ਉਹਦੇ ਵਿੱਚ ਇਕੱਲੇ ਬ੍ਰਿਟਿਸ਼ਰ ਜਾਂ ਅੰਗਰੇਜ਼ ਲੋਕ ਹੀ ਕੀ ਆ ਅਲਾਉਡ ਸੀਗੇ। ਤਾਂ ਗਾਂਧੀ ਕੀ ਹੋਇਆ, ਜਦੋਂ ਸਾਊਥ ਅਫਰੀਕਾ 'ਚ ਰਹਿ ਰਹੇ ਸੀ, ਤਾਂ ਇੱਕ ਵਾਰ ਉਹਨਾਂ ਨੇ ਟ੍ਰੇਨ ਦੀ ਯਾਤਰਾ ਕੀਤੀ, ਜਰਨੀ ਆਫ ਟ੍ਰੇਨ। ਉੱਥੇ ਇੱਕ ਘਟਨਾ ਵਾਪਰੀ, ਇਹ ਗਾਂਧੀ ਜੀ ਦੇ ਸਭ ਤੋਂ ਘਟਨਾ ਦਾ ਇੱਕ ਟਰਨਿੰਗ ਪੁਆਇੰਟ ਸੀ, ਇਹ ਉਹਨਾਂ ਦੀ ਲਾਈਫ ਦਾ ਇੱਕ ਟਰਨਿੰਗ ਪੁਆਇੰਟ ਸੀ। ਇਸ ਘਟਨਾ ਨੇ ਉਹਨਾਂ ਦੀ ਜਿਹੜੀ ਜੀਵਨ ਦੀ ਸੋਚਣ ਸ਼ਕਤੀ ਸੀ ਉਹ ਬਦਲਤੀ। ਕਿਉਂਕਿ ਕੀ ਹੈ, ਜਦੋਂ ਕੋਈ ਵੀ ਘਟਨਾ ਬੰਦੇ ਦੇ ਆਪ ਦੇ ਨਾਲ ਨਾ ਬੀਤੀ ਜਾਵੇ, ਉਹਨਾਂ ਟਾਈਮ ਉਹ ਉਸ ਘਟਨਾ ਤੋਂ ਕੀ ਹੈ ਅਣਜਾਣ ਰਹਿੰਦਾ ਹੈ। ਤਾਂ ਗਾਂਧੀ ਜੀ ਨੂੰ ਵੀ ਖੁਦ ਗਾਂਧੀ ਜੀ ਨੂੰ ਵੀ ਉੱਥੇ ਇਸ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਕੀ ਹੋਇਆ, ਇੱਕ ਵਾਰ ਟ੍ਰੇਨ ਦੇ ਵਿੱਚ ਯਾਤਰਾ ਕਰ ਰਹੇ ਸੀ ਡਰਬਨ ਤੋਂ ਪ੍ਰੀਟੋਰੀਆ, ਸਾਊਥ ਅਫਰੀਕਾ 'ਚ ਸ਼ਹਿਰ ਹੈ ਡਰਬਨ ਹੈ ਤੇ ਪ੍ਰੀਟੋਰੀਆ। ਠੀਕ ਹੈ ਜੀ। ਗਾਂਧੀ ਜੀ ਡਰਬਨ ਤੋਂ ਪ੍ਰੀਟੋਰੀਆ ਇੱਕ ਗੱਡੀ ਦੇ ਵਿੱਚ ਡਰਬਨ ਤੋਂ ਕਿੱਥੇ ਜਾ ਰਹੇ ਸੀ, ਟ੍ਰੇਨ 'ਚ ਸਫ਼ਰ ਕਰ ਰਹੇ ਸੀ, ਕਿੱਥੇ, ਪ੍ਰੀਟੋਰੀਆ ਦੇ ਵਿੱਚ। ਜਦੋਂ ਡਰਬਨ ਤੋਂ ਪ੍ਰੀਟੋਰੀਆ ਜਾ ਰਹੇ ਸੀ ਗਾਂਧੀ ਜੀ, ਤਾਂ ਡਰਬਨ ਤੋਂ ਕੀ ਹੈ, ਇਹਨਾਂ ਨੇ ਫਸਟ ਕਲਾਸ ਦੀ ਟਿਕਟ ਲਿੱਤੀ। ਰੇਲ ਡੱਬੇ 'ਚ ਬੈਠੇ ਜਿਹੜੇ ਹੁੰਦੇ ਨੇ ਆਪਣੇ ਰੇਲਾਂ ਡੱਬਿਆਂ ਦੇ ਵਿੱਚ ਫਸਟ ਕਲਾਸ ਸੈਕਿੰਡ ਕਲਾਸ ਟਿਕਟ ਹੁੰਦੀ ਹੈ। ਉਸ ਟਾਈਮ ਫਸਟ ਕਲਾਸ ਦੇ ਵਿੱਚ ਇੰਡੀਅਨਸ ਲੋਕਾਂ ਦੀ ਜਿਹੜੀ ਐਂਟਰੀ ਆ ਉਹ ਅਲਾਉ ਨਹੀਂ ਸੀਗੀ। ਤਾਂ ਇਸ ਵਿੱਚ ਕੀ ਹੋਇਆ, ਡਰਬਨ ਤੋਂ ਜਦੋਂ ਫਸਟ ਕਲਾਸ ਦੀ ਟਿਕਟ ਲਿੱਤੀ ਗਾਂਧੀ ਜੀ ਨੇ, ਫਸਟ ਕਲਾਸ ਟਿਕਟ ਡਰਬਨ ਤੋਂ ਫਸਟ ਕਲਾਸ ਟਿਕਟ ਦੇ ਵਿੱਚ ਸਫ਼ਰ ਕੀਤਾ ਜਦੋਂ ਗਾਂਧੀ ਜੀ ਨੇ ਰੇਲ ਯਾਤਰਾ ਕਰ ਰਹੇ ਸੀ, ਤਾਂ ਕੀ ਹੋਇਆ, ਜਦੋਂ ਇਸ ਗੱਡੀ ਰਾਹ ਦੇ ਵਿੱਚ ਇੱਕ ਸਟੇਸ਼ਨ ਪੈਂਦਾ ਸੀ ਪੀਟਰ ਮੈਰਿਟਸਬਰਗ, ਮੋਸਟ ਇੰਪੋਰਟੈਂਟ ਸਟੇਸ਼ਨ ਹੈ। ਅੱਜ ਇਸ ਸਟੇਸ਼ਨ ਦੇ ਉੱਪਰ ਗਾਂਧੀ ਜੀ ਦਾ ਬੁੱਤ ਲੱਗਿਆ ਹੋਇਆ, ਮੂਰਤੀ ਬਣੀ ਹੋਈ ਹੈ ਉੱਥੇ। ਜਦੋਂ ਡਰਬਨ ਤੋਂ ਪ੍ਰੀਟੋਰੀਆ ਟ੍ਰੇਨ ਜਾ ਰਹੀ ਸੀ ਤੇ ਗਾਂਧੀ ਨੇ ਫਸਟ ਕਲਾਸ ਦੀ ਟਿਕਟ ਲੈ ਰੱਖੀ ਸੀ, ਤਾਂ ਫਸਟ ਕਲਾਸ ਦੀ ਟ੍ਰੇਨ 'ਚ ਸਫ਼ਰ ਕਰ ਰਹੇ ਸੀ। ਤਾਂ ਜਦੋਂ ਪ੍ਰੀਟੋਰੀਆ ਸਟੇਸ਼ਨ ਤੇ ਗੱਡੀ ਰੁਕੀ, ਤਾਂ ਜਦੋਂ ਉਸ ਡੱਬੇ ਦੇ ਵਿੱਚ ਕੀ ਕੁਝ ਅੰਗਰੇਜ਼ ਅਫਸਰ ਸੀ, ਉਹਨਾਂ ਨੇ ਸ਼ਿਕਾਇਤ ਕਰਤੀ ਟੀਟੀ ਨੂੰ ਕਿ ਇੱਦਾਂ ਕਰਕੇ ਕਿ ਇੰਡੀਅਨ ਬੰਦਾ ਫਸਟ ਕਲਾਸ ਦੇ ਸਫ਼ਰ ਕਰ ਰਿਹਾ ਹੈ। ਤਾਂ ਉੱਥੇ ਟੀਟੀ ਆਇਆ ਤੇ ਉਹਨੇ ਗਾਂਧੀ ਨੂੰ ਕਿਹਾ ਵੀ ਤੁਸੀਂ ਇਸ ਫਸਟ ਕਲਾਸ ਸਫ਼ਰ ਨਹੀਂ ਕਰ ਸਕਦੇ। ਇਸ ਤੇ ਗਾਂਧੀ ਨੇ ਵਿਰੋਧ ਕੀਤਾ, ਉਹ ਕਹਿੰਦੇ ਵੀ ਆਹ ਦੇਖੋ ਮੇਰੇ ਕੋਲ ਟਿਕਟ ਹੈਗੀ ਹੈ, ਮੇਰੇ ਕੋਲ ਪੂਰਾ ਰਾਈਟ ਹੈ ਇਸ ਫਸਟ ਕਲਾਸ ਸਫ਼ਰ ਕਰਨ ਦਾ। ਪਰ ਕੀ ਹੋਇਆ, ਉਹਨਾਂ ਨੂੰ ਇਸ ਸਟੇਸ਼ਨ ਤੋਂ ਕੀ ਕਰ ਦਿੱਤਾ ਗਿਆ, ਬਾਹਰ ਫੈਂਕ ਦਿੱਤਾ ਗਿਆ, ਥਰੋ ਆਊਟ। ਇਸ ਸਟੇਸ਼ਨ ਤੋਂ ਕੀ ਹੈ, ਫਸਟ ਕਲਾਸ ਟਿਕਟ ਹੋਣ ਕਰਕੇ ਉਹਨਾਂ ਤੋਂ ਕੀ ਹੈ, ਉਹਨਾਂ ਨੂੰ ਰੇਲ ਦੇ ਡਿੱਬੇ 'ਚੋਂ ਬਾਹਰ ਸੁੱਟ ਦਿੱਤਾ ਗਿਆ ਗਾਂਧੀ ਜੀ ਨੂੰ। ਇੱਥੇ ਗਾਂਧੀ ਦੇ ਜੀਵਨ 'ਚ ਕੀ ਆਇਆ, ਇੱਕ ਟਰਨਿੰਗ ਪੁਆਇੰਟ ਆਇਆ। ਇਸੇ ਲਈ ਗਾਂਧੀ ਦੇ ਜੀਵਨ 'ਚ ਇੱਥੇ ਕੀ ਇੱਕ ਟਰਨਿੰਗ ਪੁਆਇੰਟ ਆਇਆ ਤੇ ਉਹਨਾਂ ਨੇ ਫੈਸਲਾ ਲੈ ਲਿਆ ਕਿ ਜਿੰਨਾ ਟਾਈਮ ਸਾਊਥ ਅਫਰੀਕਾ 'ਚ ਰਹਿ ਰਹੇ ਭਾਰਤੀਆਂ ਨੂੰ ਮੈਂ ਉਹਨਾਂ ਦੇ ਰਾਈਟਸ ਨਹੀਂ ਦਵਾ ਦਿੰਦਾ,
ਤਾਂ ਫਿਰ ਉਹਨਾਂ ਟਾਈਮ ਮੈਂ ਭਾਰਤ ਵਾਪਸ ਨਹੀਂ ਜਾਊਂਗਾ। ਤਾਂ ਇਸੇ ਕਰਕੇ ਦੇਖੋ ਇੱਕ ਦਾਦਾ ਅਬਦੁੱਲਾ ਨਾਮ ਦੇ ਵਪਾਰੀ ਦਾ ਕੇਸ ਲੜਨ ਗਏ ਸੀ, ਪਰ ਕੇਸ ਤਾਂ 1 ਸਾਲ 'ਚ ਹੀ ਖਤਮ ਹੋ ਗਿਆ ਸੀ। ਪਰ ਫਿਰ ਵੀ ਇੰਨੇ ਸਾਲ ਕਿਉਂ ਰਹੇ ਗਾਂਧੀ ਜੀ ਭਾਰਤ ਸਾਊਥ ਅਫਰੀਕਾ ਦੇ ਲੋਕਾਂ ਨੂੰ ਜਾਂ ਉੱਥੇ ਰਹਿ ਰਹੇ ਭਾਰਤੀਆਂ ਨੂੰ ਰਾਈਟਸ ਦਿਵਾਉਣ ਵਾਸਤੇ? ਗਾਂਧੀ ਨੂੰ ਲਗਭਗ 15-16 ਸਾਲ ਲੱਗ ਗਏ। ਤਾਂ ਦੇਖੋ ਜਿਸ ਟਾਈਮ ਸਾਊਥ ਅਫਰੀਕਾ 1893 ਵਿੱਚ ਗਏ ਹੈ ਤੇ ਇਹਨਾਂ ਦੀ ਭਾਰਤ ਵਾਪਸੀ ਹੋਊਗੀ 1915 'ਚ, ਜਦੋਂ ਆਪਣੇ ਵਰਲਡ ਦੇ ਵਿੱਚ ਚੱਲ ਰਿਹਾ ਹੋਊਗਾ ਫਸਟ ਵਰਲਡ ਵਾਰ ਚੱਲ ਰਹੀ ਹੋਊਗੀ, ਉਸ ਟਾਈਮ ਭਾਰਤ ਦੇ ਵਿੱਚ ਪ੍ਰਵੇਸ਼ ਹੋਊਗਾ ਗਾਂਧੀ ਜੀ ਦਾ। ਤਾਂ ਇਸ ਘਟਨਾ ਤੋਂ ਗਾਂਧੀ ਜੀ ਨੇ ਪ੍ਰਣ ਲੈ ਲਿਆ ਕਿ ਮੈਂ ਹੁਣ ਸਾਊਥ ਅਫਰੀਕਾ 'ਚੋਂ ਉਦੋਂ ਤੱਕ ਵਾਪਸ ਨਹੀਂ ਜਾਊਂਗਾ ਜਿੰਨਾ ਟਾਈਮ ਸਾਊਥ ਅਫਰੀਕਾ 'ਚ ਰਹਿ ਰਹੇ ਭਾਰਤੀ ਜਾਂ ਹੋਰ ਨਸਲ ਦੇ ਲੋਕਾਂ ਨੂੰ ਰਾਈਟਸ ਨਹੀਂ ਦਿਵਾ ਦਿੰਦਾ। ਤਾਂ ਇਸ ਘਟਨਾ ਤੋਂ ਬਾਅਦ ਫਿਰ ਗਾਂਧੀ ਜੀ ਨੇ ਕਈ ਕੰਮ ਕੀਤੇ। ਸਭ ਤੋਂ ਪਹਿਲਾਂ ਉਹਨਾਂ ਨੇ 1894 'ਚ ਇੱਕ ਉੱਥੇ ਬਣਾਈ ਨਟਾਲ ਇੰਡੀਅਨ ਕਾਂਗਰਸ, ਇੱਕ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਜਿਹੜੀ ਰਾਈਟਸ ਦਿਵਾਊਗੀ। ਕਿਹੜੀ? ਨਟਾਲ ਇੱਕ ਸ਼ਹਿਰ ਸੀਗਾ, ਨਟਾਲ ਇੰਡੀਅਨ ਕਾਂਗਰਸ, ਠੀਕ ਹੈ ਜੀ। ਤਾਂ ਇਸੇ ਕਰਕੇ ਸਾਊਥ ਅਫਰੀਕਾ 'ਚ ਫਿਰ ਗਾਂਧੀ ਜੀ ਨੇ ਕਾਫੀ ਕੰਮ ਕੀਤੇ। ਨਟਾਲ ਇੰਡੀਅਨ ਕਾਂਗਰਸ ਦੀ ਸਥਾਪਨਾ ਕੀਤੀ ਕਾਹਦੇ 'ਚ? ਇਨ ਸਾਊਥ ਅਫਰੀਕਾ, ਠੀਕ ਹੈ। ਨਟਾਲ ਇੰਡੀਅਨ ਕਾਂਗਰਸ, ਨਟਾਲ ਇੱਕ ਸ਼ਹਿਰ ਸੀ, ਉੱਥੇ ਸਥਾਪਨਾ ਕੀਤੀ ਨਟਾਲ ਇੰਡੀਅਨ ਕਾਂਗਰਸ ਦੀ, ਠੀਕ ਹੈ ਜੀ। ਹੋਰ ਆਪਾਂ ਗੱਲ ਕਰੀਏ ਫਿਰ ਉਹਨਾਂ ਨੇ ਕੀ ਕੀਤਾ? 1904 ਦੇ ਵਿੱਚ ਇੱਕ ਆਸ਼ਰਮ ਬਣਾਇਆ। ਕਿਹੜਾ ਆਸ਼ਰਮ? ਫੋਇਨਿਕਸ ਫਾਰਮ, ਇੱਕ ਫੋਇਨਿਕਸ ਆਸ਼ਰਮ ਦੀ ਸਥਾਪਨਾ ਕੀਤੀ। ਇੱਕ ਆਸ਼ਰਮ ਖੋਲ੍ਹਿਆ ਉੱਥੇ, ਫੋਇਨਿਕਸ ਆਸ਼ਰਮ। ਕਿੱਥੇ ਖੋਲ੍ਹਿਆ? ਇਨ ਡਰਬਨ, ਡਰਬਨ ਦੇ ਵਿੱਚ ਫਿਨਿਕਸ ਆਸ਼ਰਮ ਦੀ ਸਥਾਪਨਾ ਕੀਤੀ ਗਾਂਧੀ ਜੀ ਨੇ ਡਰਬਨ ਦੇ ਵਿੱਚ, ਠੀਕ ਹੈ ਜੀ। ਹੋਰ ਗੱਲ ਕਰੀਏ 1906 ਦੇ ਵਿੱਚ ਇੱਕ ਹੋਰ ਫਾਰਮ ਖੋਲ੍ਹਿਆ, ਟੋਲਸਟੋਏ ਫਾਰਮ, ਠੀਕ ਹੈ ਜੀ, ਟੋਲਸਟੋਏ ਫਾਰਮ, ਠੀਕ ਹੈ ਜੀ। ਗਾਂਧੀ ਜੀ ਆਪਾਂ ਗੱਲ ਕਰੀਏ, ਗਾਂਧੀ ਜੀ ਟੋਲਸਟੋਏ ਕੀ ਇੱਕ ਬਹੁਤ ਤਕੜਾ ਦਾਰਸ਼ਨਿਕ ਸੀਗਾ, ਇੱਕ ਲੇਖਕ ਸੀ। ਗਾਂਧੀ ਜੀ ਉਹਦੀਆਂ ਕਾਫੀ ਪੁਸਤਕਾਂ ਪੜ੍ਹਦੇ ਸੀਗੇ, ਇਸੇ ਕਰਕੇ ਉਹਨਾਂ ਦੇ ਨਾਮ ਤੇ ਇਹਨਾਂ ਨੇ ਫਾਰਮ ਖੋਲ੍ਹਿਆ ਸੀ ਟੋਲਸਟੋਏ ਫਾਰਮ, ਠੀਕ ਹੈ ਜੀ, ਟੋਲਸਟੋਏ ਫਾਰਮ। ਤਾਂ ਆਪਾਂ ਗੱਲ ਕਰੀਏ ਫਿਰ ਸਾਊਥ ਅਫਰੀਕਾ 'ਚ ਗਾਂਧੀ ਨੇ ਕਾਫੀ ਸੰਸਥਾਵਾਂ ਖੋਲ੍ਹੀਆਂ, ਕਾਫੀ ਆਸ਼ਰਮ ਬਣਾਏ ਲੋਕਾਂ ਦੀਆਂ ਸਮੱਸਿਆਵਾਂ ਸੁਲਝਾਉਣ ਵਾਸਤੇ। ਇੱਥੇ ਹੀ ਗਾਂਧੀ ਜੀ ਨੇ, ਜੇ ਆਪਾਂ ਗੱਲ ਕਰੀਏ ਗਾਂਧੀ ਨੇ ਸਭ ਤੋਂ ਜਿਹੜਾ ਪਹਿਲਾ ਸੱਤਿਆਗ੍ਰਹਿ ਸੀਗਾ, ਸੱਤਿਆਗ੍ਰਹਿ ਦਾ ਮਤਲਬ ਹੈ ਸੱਚ ਦੇ ਖਿਲਾਫ ਆਵਾਜ਼ ਉਠਾਉਣੀ। ਤਾਂ ਗਾਂਧੀ ਦਾ ਪਹਿਲਾ ਸੱਤਿਆਗ੍ਰਹਿ ਭਾਰਤ 'ਚ ਨਹੀਂ ਸੀ ਬਲਕਿ ਕਿੱਥੇ ਸੀਗਾ? ਸਾਊਥ ਅਫਰੀਕਾ 'ਚ। ਤਾਂ ਕੁਐਸਚਨ ਆ ਜੇ ਗਾਂਧੀ ਨੇ ਸਭ ਤੋਂ ਪਹਿਲਾ ਸੱਤਿਆਗ੍ਰਹਿ ਕਿੱਥੇ ਕੀਤਾ ਸੀ? ਸਾਊਥ ਅਫਰੀਕਾ ਦੇ ਵਿੱਚ ਸੱਤਿਆਗ੍ਰਹਿ ਸ਼ੁਰੂ ਕੀਤਾ ਸੀ। ਗਾਂਧੀ ਸੱਤਿਆਗ੍ਰਹਿ ਦੀ ਸ਼ੁਰੂਆਤ ਸਾਊਥ ਅਫਰੀਕਾ ਤੋਂ ਕੀਤੀ ਸੀ 1906 ਦੇ ਵਿੱਚ। ਕਾਹਦਾ ਮਾਮਲਾ ਸੀ? 1906 ਦੇ ਵਿੱਚ 1906 'ਚ ਗਾਂਧੀ ਜੀ ਨੇ ਪਹਿਲੀ ਵਾਰ ਉੱਥੇ ਸੱਤਿਆਗ੍ਰਹਿ ਚਲਾਇਆ, ਡਿਸਓਬੀਡੈਂਸ ਮੂਵਮੈਂਟ, ਵੀ ਅਸੀਂ ਅੰਗਰੇਜ਼ਾਂ ਦੀ ਕਾਨੂੰਨ ਦੀ ਪਾਲਣਾ ਨਹੀਂ ਕਰਾਂਗੇ। ਡਿਸਓਬੀਡੈਂਸ ਮੂਵਮੈਂਟ ਯਾਨੀ ਡਿਸਓਬੀਡੈਂਸ ਸੱਤਿਆਗ੍ਰਹਿ ਚਲਾਇਆ ਗਾਂਧੀ ਜੀ ਨੇ। ਗਾਂਧੀ ਦੁਆਰਾ ਪਹਿਲਾ ਸੱਤਿਆਗ੍ਰਹਿ ਸਾਊਥ ਅਫਰੀਕਾ 'ਚ ਸੀ। ਤੇ ਇਹ ਸੱਤਿਆਗ੍ਰਹਿ ਕਿਸ ਚੀਜ਼ ਦੇ ਖਿਲਾਫ ਸੀਗਾ? ਕੋਈ ਵੀ ਆਪਾਂ ਸੱਤਿਆਗ੍ਰਹਿ ਜਿਹੜਾ ਛੇੜਿਆ ਸੀ ਉਹ ਕਿਸ ਚੀਜ਼ ਦੇ ਪ੍ਰੋਟੈਸਟ 'ਚ ਸੀਗਾ? ਉੱਥੇ ਕੀ ਸੀ? ਜਿਹੜੇ ਏਸ਼ੀਆਟਿਕ ਰਜਿਸਟ੍ਰੇਸ਼ਨ, ਆਪਣੇ ਭਾਰਤੀ ਲੋਕਾਂ ਦੀ ਰਜਿਸਟ੍ਰੇਸ਼ਨ ਨੂੰ ਲੈ ਕੇ ਕੋਈ ਐਕਟ ਪਾਸ ਹੋ ਰਿਹਾ ਸੀ, ਉਸ ਐਕਟ ਦੇ ਮਸਲੇ 'ਚ ਗਾਂਧੀ ਜੀ ਨੇ ਪਹਿਲਾ ਸੱਤਿਆਗ੍ਰਹਿ ਚਲਾਇਆ ਸੀ। ਏਸ਼ੀਅਨ ਲੋਕਾਂ ਦੀ ਕੀ ਉੱਥੇ ਰਜਿਸਟ੍ਰੇਸ਼ਨ ਨਹੀਂ ਕਰ ਰਹੇ ਸੀਗੇ, ਉਹਨਾਂ ਨੂੰ ਵੋਟਿੰਗ ਰਾਈਟਸ ਨਹੀਂ ਮਿਲੇ ਹੋਏ ਸੀ। ਤਾਂ ਉਹਨਾਂ ਵੋਟਿੰਗ ਰਾਈਟਸ ਦੇ ਵਿਰੋਧ 'ਚ ਆਪਣੇ ਭਾਰਤੀ ਲੋਕਾਂ ਨੂੰ ਉੱਥੇ ਵੋਟਿੰਗ ਰਾਈਟਸ ਦਿਵਾਉਣ ਵਾਸਤੇ ਗਾਂਧੀ ਨੇ ਸੱਤਿਆਗ੍ਰਹਿ ਛੇੜਿਆ ਸੀ। 1906 'ਚ ਪਹਿਲਾ ਸੱਤਿਆਗ੍ਰਹਿ ਸੀ ਸਾਊਥ ਅਫਰੀਕਾ 'ਚ। ਇੱਥੇ ਹੀ ਗਾਂਧੀ ਨੇ ਸ਼ੁਰੂਆਤ ਕੀਤੀ ਸੱਤਿਆਗ੍ਰਹਿ ਦੀ। ਤਾਂ ਫਿਰ ਕਾਫੀ ਸਮੇਂ ਤੱਕ ਸਾਊਥ ਅਫਰੀਕਾ 'ਚ ਰਹੇ ਗਾਂਧੀ ਨੇ, ਤੇ ਸਾਊਥ ਅਫਰੀਕਾ 'ਚ ਕਾਫੀ ਸੁਧਾਰ ਲਿਆਂਦੇ, ਆਪਣੇ ਭਾਰਤੀ ਲੋਕਾਂ ਨੂੰ ਕਾਫੀ ਰਾਈਟਸ ਦਿਵਾਏ। ਇਸੇ ਕਰਕੇ ਸਾਊਥ ਅਫਰੀਕਾ 'ਚ ਗਾਂਧੀ ਕਾਫੀ ਫੇਮਸ ਹੋ ਗਏ, ਕਾਫੀ ਚਰਚਾ ਹੋਣ ਲੱਗ ਗਈ ਤੇ ਭਾਰਤ ਦੇ ਵਿੱਚ ਵੀ ਇਹਨਾਂ ਦਾ ਨਾਮ ਬੋਲਣ ਲੱਗ ਗਿਆ। ਭਾਰਤ ਦੇ ਵਿੱਚ ਆਉਣ ਤੋਂ ਪਹਿਲਾਂ ਇਹ ਕਾਫੀ ਮਸ਼ਹੂਰ ਹੋ ਚੁੱਕੇ ਸੀ, ਮਹਾਤਮਾ ਗਾਂਧੀ, ਮੋਹਨਦਾਸ ਕਰਮਚੰਦ ਗਾਂਧੀ। ਫਿਰ ਕੀ ਹੋਇਆ? ਭਾਰਤ ਦੇ ਵਿੱਚ ਇੱਕ ਪਰਸਨ ਸੀਗੇ, ਜਦੋਂ ਆਪਣੇ ਭਾਰਤ ਦੇ ਵਿੱਚ ਵਿਸ਼ਵ ਯੁੱਧ ਦੀ ਸ਼ੁਰੂਆਤ ਹੋਈ ਆ, ਆਪਣੇ ਸੰਸਾਰ 'ਚ ਵਿਸ਼ਵ ਯੁੱਧ ਸ਼ੁਰੂ ਹੋਇਆ, ਵਿਸ਼ਵ ਯੁੱਧ ਦੀ ਸ਼ੁਰੂਆਤ ਹੋਈ ਤਾਂ ਆਪਣੇ ਭਾਰਤ ਦੇ ਇੱਕ ਰਾਜਨੇਤਾ ਸੀਗੇ, ਮੋਹਨਦਾਸ ਕਰਮਚੰਦ ਗਾਂਧੀ, ਲਿਖ ਲਓ। ਆਪਣੇ ਭਾਰਤ ਦੇ ਇੱਕ ਬੜੇ ਰਾਜਨੇਤਾ, ਬਹੁਤ ਹੰਢੇ ਹੋਏ ਰਾਜਨੇਤਾ ਸੀ, ਗੋਪਾਲ ਕ੍ਰਿਸ਼ਨ ਗੋਖਲੇ। ਉਹ ਇੱਕ ਵਾਰ ਗਾਂਧੀ ਜੀ ਨੂੰ ਸਾਊਥ ਅਫਰੀਕਾ ਦੇ ਵਿੱਚ ਵੀ ਮਿਲੇ ਸੀਗੇ
ਤਾਂ ਉਹਨਾਂ ਦੇ ਕਹਿਣ ਤੇ ਗੋਖਲੇ ਨੇ ਕਿਹਾ ਵੀ ਗਾਂਧੀ ਜੀ ਨੂੰ ਕਿਹਾ ਕਿ ਹੁਣ ਤੁਹਾਨੂੰ ਭਾਰਤ ਵਾਪਸ ਆਉਣਾ ਚਾਹੀਦਾ ਹੈ ਤੇ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਆਪਦਾ ਵੱਧ ਚੜ ਕੇ ਕੀ ਹੈ ਯੋਗਦਾਨ ਪਾਓ। ਠੀਕ ਹੈ ਜੀ। ਤਾਂ ਆਪਾਂ ਗੱਲ ਕਰੀਏ ਗੋਪਾਲ ਕ੍ਰਿਸ਼ਨ ਗੋਖਲੇ ਦੇ ਕਹਿਣ ਉੱਪਰ ਗਾਂਧੀ ਜੀ ਨੇ ਭਾਰਤ ਜਾਣ ਬਾਰੇ ਸੋਚਿਆ। ਗੋਪਾਲ ਕ੍ਰਿਸ਼ਨ ਗੋਖਲੇ ਸੀਗੇ ਜਿਨ੍ਹਾਂ ਨੂੰ ਗਾਂਧੀ ਜੀ ਕੀ ਮੰਨਦੇ ਸੀ ਆਪਦਾ ਪੋਲੀਟੀਕਲ ਗੁਰੂ। ਰਾਜਨੀਤੀ ਗਾਂਧੀ ਜੀ ਨੇ ਭਾਰਤ ਦੀ ਰਾਜਨੀਤੀ ਵਿੱਚ ਪ੍ਰਵੇਸ਼ ਕਰਨ ਵਾਸਤੇ ਜਿਹੜੀ ਸਿੱਖਿਆ ਸੀ ਰਾਜਨੀਤੀ ਦੀ ਉਹ ਗੋਪਾਲ ਕ੍ਰਿਸ਼ਨ ਗੋਖਲੇ ਤੋਂ ਹੀ ਲਿੱਤੀ ਸੀ। ਤਾਂ ਗੋਪਾਲ ਕ੍ਰਿਸ਼ਨ ਗੋਖਲੇ ਵਾਸ ਦਾ ਪੋਲੀਟੀਕਲ ਗੁਰੂ ਆਫ ਮਹਾਤਮਾ ਗਾਂਧੀ। ਇਹਨਾਂ ਦੇ ਕਹਿਣ ਉੱਪਰ ਗਾਂਧੀ ਨੂੰ ਕਿਹਾ ਗਿਆ ਵੀ ਤੁਸੀਂ ਹੁਣ ਭਾਰਤ ਵਾਪਸ ਆਓ ਤੇ ਭਾਰਤ ਦੇ ਲੋਕਾਂ ਨੂੰ ਕੀ ਆ ਹੁਣ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਉਹਨਾਂ ਦਾ ਯੋਗਦਾਨ ਪਾਓ ਤੇ ਦੇਸ਼ ਨੂੰ ਆਜ਼ਾਦ ਕਰਵਾਓ। ਤਾਂ ਗੋਪਾਲ ਕ੍ਰਿਸ਼ਨ ਗੋਖਲੇ ਦੇ ਕਹਿਣ ਉੱਪਰ ਗਾਂਧੀ ਜੀ 9 ਜਨਵਰੀ 1915 ਨੂੰ ਕੀ ਹੈ ਰਿਟਰਨ ਬੈਕ ਟੂ ਸਾਊਥ ਅਫਰੀਕਾ ਤੋਂ ਵਾਪਸ ਆਏ। ਤਾਂ ਗਾਂਧੀ ਜੀ ਦੀ ਸਾਊਥ ਅਫਰੀਕਾ ਤੋਂ ਵਾਪਸੀ ਕਦੋਂ ਹੋਈ? 9 ਜਨਵਰੀ 1915 ਨੂੰ। 9 ਜਨਵਰੀ 1915 ਨੂੰ ਸਾਊਥ ਅਫਰੀਕਾ ਤੋਂ ਵਾਪਸੀ ਹੋਈ। ਇਸੇ 9 ਜਨਵਰੀ ਨੂੰ ਆਪਾਂ ਕੀ ਮਨਾਉਂਦੇ ਆ? ਪ੍ਰਵਾਸੀ ਭਾਰਤੀ ਦਿਵਸ, ਜਿਹਨੂੰ ਆਪਾਂ ਇੰਗਲਿਸ਼ ਕੀ ਬੋਲਦੇ ਆ? NRI ਡੇ, ਨॉन ਰੈਜ਼ੀਡੈਂਟ ਆਫ ਇੰਡੀਆ। NRI ਡੇ ਪ੍ਰਵਾਸੀ ਭਾਰਤੀ ਦਿਵਸ ਮਨਾਇਆ ਜਾਂਦਾ ਹੈ। ਠੀਕ ਹੈ ਜੀ। ਤਾਂ ਗੋਖਲੇ ਦੇ ਕਹਿਣ ਉੱਪਰ ਗਾਂਧੀ ਜੀ ਭਾਰਤ ਵਾਪਸ ਲੌਟੇ। ਭਾਰਤ ਲੌਟ ਕੇ ਗੋਖਲੇ ਨੇ ਗਾਂਧੀ ਨੂੰ ਇਹ ਕਿਹਾ ਵੀ ਤੁਸੀਂ 1 ਸਾਲ ਤੱਕ ਕੋਈ ਵੀ ਅੰਦੋਲਨ ਨਹੀਂ ਚਲਾਉਣਾ। ਪਹਿਲਾਂ 1 ਸਾਲ ਤੁਸੀਂ ਪੂਰੇ ਭਾਰਤ ਨੂੰ ਘੁੰਮੋ, ਲੋਕਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਹੋਵੋ, ਰਾਜਨੀਤਿਕ ਆਰਥਿਕ ਤੇ ਸਮਾਜਿਕ ਤੌਰ ਤੇ ਲੋਕਾਂ ਨਾਲ ਜੂਝੋ। 1 ਸਾਲ ਤੱਕ ਘੁੰਮਣ ਫਿਰਨ ਤੋਂ ਬਾਅਦ ਫਿਰ ਤੁਸੀਂ ਵਿਚਾਰ ਕਰੋ ਵੀ ਅੱਗੇ ਆਪਾਂ ਕਰਨਾ ਕੀ ਹੈ। ਤਾਂ 1 ਸਾਲ ਤੱਕ ਗਾਂਧੀ ਨੇ ਭਾਰਤ ਦੇ ਵਿੱਚ ਕੋਈ ਵੀ ਅੰਦੋਲਨ ਨਹੀਂ ਕੀਤਾ, ਕੋਈ ਵੀ ਅੰਦੋਲਨ ਨਹੀਂ ਛੇੜਿਆ, ਕਿਉਂਕਿ ਕਿਹਾ ਸੀ ਗੋਖਲੇ ਨੇ ਕਿ 1 ਸਾਲ ਤੱਕ ਤੁਸੀਂ ਪੂਰੇ ਭਾਰਤ ਦਾ ਭ੍ਰਮਣ ਕਰੋ। ਤਾਂ ਗਾਂਧੀ ਨਾਲ ਉਹਦੀ ਪਤਨੀ ਕਸਤੂਰਬਾ ਗਾਂਧੀ 1 ਸਾਲ ਤੱਕ ਦਾ ਪੂਰਾ ਉਹ ਭਾਰਤ ਨੂੰ ਘੁੰਮੇ। ਘੁੰਮਣ ਤੋਂ ਬਾਅਦ ਕੀ ਹੈ ਗਾਂਧੀ ਨੇ ਫਿਰ ਕੀ ਕੀਤਾ? ਅਹਿਮਦਾਬਾਦ ਦੇ ਵਿੱਚ ਪੂਰਾ 1 ਸਾਲ ਭ੍ਰਮਣ ਕਰਨ ਤੋਂ ਬਾਅਦ ਗਾਂਧੀ ਜੀ ਨੇ ਗੁਜਰਾਤ ਦੇ ਅਹਿਮਦਾਬਾਦ 'ਚ ਇੱਕ ਹਾਊਸ ਰੈਂਟ ਤੇ ਲਿਆ, ਹਾਊਸ ਔਨ ਰੈਂਟ। ਅਹਿਮਦਾਬਾਦ 'ਚ ਕੀ ਹੈ ਇੱਕ ਮਕਾਨ ਕਿਰਾਏ ਤੇ ਲਿਆ। ਕਿਹੜੇ ਬੰਦੇ ਤੋਂ ਲਿਆ? ਸ਼੍ਰੀ ਜੀਵਨ ਲਾਲ ਬੈਰਿਸਟਰ। ਇੱਕ ਜੀਵਨ ਲਾਲ ਬੈਰਿਸਟਰ ਸੀਗੇ, ਉਹਨਾਂ ਤੋਂ ਗਾਂਧੀ ਜੀ ਨੇ ਇੱਕ ਹਾਊਸ ਰੈਂਟ ਤੇ ਲਿਆ ਜੀਵਨ ਲਾਲ ਬੈਰਿਸਟਰ ਤੋਂ। ਤੇ ਇਸੇ ਮਕਾਨ ਨੂੰ ਜਦੋਂ ਕਿਰਾਏ ਤੇ ਲਿੱਤਾ ਸੀ ਕਾਫੀ ਸਮੇਂ ਬਾਅਦ ਗਾਂਧੀ ਨੇ ਇੱਥੇ ਕਾਹਦੀ ਸਥਾਪਨਾ ਕੀਤੀ? ਸਾਬਰਮਤੀ ਆਸ਼ਰਮ। ਇੱਥੇ ਗਾਂਧੀ ਜੀ ਨੇ ਕਿਹੜਾ ਆਸ਼ਰਮ ਬਣਾਇਆ? ਅਹਿਮਦਾਬਾਦ ਵਿੱਚ ਸਾਬਰਮਤੀ ਨਦੀ ਦੇ ਕਿਨਾਰੇ ਸਾਬਰਮਤੀ ਆਸ਼ਰਮ। ਪਰ ਇਹਦਾ ਨਾਮ ਸਾਬਰਮਤੀ ਦਾ ਬਾਅਦ ਵਿੱਚ ਪਿਆ। ਪਹਿਲਾਂ ਇਸ ਆਸ਼ਰਮ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ? ਇਹਨੂੰ ਪਹਿਲਾਂ ਕਹਿੰਦੇ ਸੀ ਸੱਤਿਆਗ੍ਰਹਿ ਆਸ਼ਰਮ। ਸਾਬਰਮਤੀ ਆਸ਼ਰਮ ਨੂੰ ਪਹਿਲਾਂ ਬੋਲਦੇ ਸੀ ਸੱਤਿਆਗ੍ਰਹਿ ਆਸ਼ਰਮ, ਬਾਅਦ ਵਿੱਚ ਇਹਦਾ ਨਾਮ ਪਿਆ ਸਾਬਰਮਤੀ ਆਸ਼ਰਮ। ਠੀਕ ਹੈ ਜੀ, ਸਾਬਰਮਤੀ ਆਸ਼ਰਮ। ਠੀਕ ਹੈ ਜੀ, ਸਾਬਰਮਤੀ ਆਸ਼ਰਮ ਜਾਂ ਸੱਤਿਆਗ੍ਰਹਿ ਆਸ਼ਰਮ। ਤਾਂ ਗੋਪਾਲ ਕ੍ਰਿਸ਼ਨ ਗੋਖਲੇ ਜੋ ਕਿ ਰਾਜਨੀਤਿਕ ਗੁਰੂ ਸੀਗੇ, ਉਹਨਾਂ ਦੇ ਕਹਿਣ ਤੇ 1 ਸਾਲ ਤੱਕ ਭਾਰਤ ਘੁੰਮਿਆ, ਲੋਕਾਂ ਨੂੰ ਰਾਜਨੀਤਿਕ ਸਮਾਜ ਤੋਂ ਜੂਝੇ ਲੋਕਾਂ ਨਾਲ ਮਿਲੇ ਤੇ ਤਾਂ ਕਿ ਆਪਣੇ ਨੂੰ ਕੀ ਹੈ ਗਾਂਧੀ ਜੀ ਸੱਤਿਆ ਅਹਿੰਸਾ ਦਾ ਕੀ ਹੈ ਮਾਰਗ ਨਿਕਾਲ ਸਕਣ। ਠੀਕ ਹੈ ਜੀ। ਤਾਂ ਇੱਦਾਂ ਫਿਰ ਉਸ ਤੋਂ ਬਾਅਦ ਗਾਂਧੀ ਨੇ ਕਾਫੀ ਅੰਦੋਲਨ ਚਲਾਏ, ਉਹ ਆਪਾਂ ਅੰਦੋਲਨਾਂ ਨੂੰ ਡਿਸਕਸ ਕਰਾਂਗੇ ਕਿ ਕਰਕੇ। ਤਾਂ ਇੱਦਾਂ ਫਿਰ ਉਹਨਾਂ ਨੇ 17 ਤੋਂ ਅੰਦੋਲਨ ਛੇੜਨੇ ਸ਼ੁਰੂ ਕੀਤੇ, ਕਾਫੀ ਅੰਦੋਲਨ ਲਗਾਏ। ਚੰਪਾਰਨ ਸੱਤਿਆਗ੍ਰਹਿ, ਅਹਿਮਦਾਬਾਦ ਸੱਤਿਆਗ੍ਰਹਿ, ਅਸਹਿਯੋਗ ਅੰਦੋਲਨ, ਭਾਰਤ ਛੋੜੋ ਅੰਦੋਲਨ, ਸਵਿਨਿਆ ਵਗਿਆ ਅੰਦੋਲਨ, ਨਮਕ ਕਾਨੂੰਨ ਨੂੰ ਲੈ ਕੇ ਅੰਦੋਲਨ ਚਲਾਏ ਸੀ। ਤਾਂ ਕਾਫੀ ਅੰਦੋਲਨ ਚਲਾਏ ਗਾਂਧੀ ਜੀ ਨੇ ਉਸ ਤੋਂ ਬਾਅਦ ਭਾਰਤ ਦੇ ਵਿੱਚ। ਤੇ ਅਖੀਰ 30 ਜਨਵਰੀ 1948 ਨੂੰ ਬਿਰਲਾ ਹਾਊਸ ਦੇ ਵਿੱਚ ਗਾਂਧੀ ਜੀ ਕੀ ਕਰ ਰਹੇ ਸੀਗੇ? ਸ਼ਾਮ ਦੀ ਪ੍ਰਾਰਥਨਾ ਕਰ ਰਹੇ ਸੀ।
ਤਾਂ ਇੱਦਾਂ ਆਪਾਂ ਨੂੰ 15 ਅਗਸਤ 1947 ਨੂੰ ਆਜ਼ਾਦ ਹੋ ਗਿਆ ਸੀ। ਆਜ਼ਾਦੀ ਤੋਂ ਬਾਅਦ ਕੀ ਹੈ, 1 ਸਾਲ ਤੱਕ ਗਾਂਧੀ ਜੀ ਆਜ਼ਾਦੀ ਦਾ ਆਨੰਦ ਮਾਣ ਸਕੇ। 30 ਜਨਵਰੀ 1948 ਨੂੰ ਸ਼ਾਮ ਵੇਲੇ ਬਿਰਲਾ ਹਾਊਸ ਦੇ ਵਿੱਚ ਗਾਂਧੀ ਜੀ ਇਵਨਿੰਗ ਪ੍ਰੇਅਰ ਕਰ ਰਹੇ ਸੀ ਤੇ ਇੱਥੇ ਇਹਨਾਂ ਦਾ ਕੀ ਹੋ ਗਿਆ, ਅਸੈਸੀਨੇਸ਼ਨ। ਅਸੈਸੀਨੇਸ਼ਨ ਦਾ ਮਤਲਬ ਇਹਨਾਂ ਦੀ ਹੱਤਿਆ ਕਰ ਦਿੱਤੀ ਗਈ। ਕਿਹਦੇ ਦੁਆਰਾ? ਤਾਂ ਲਿਖੋ ਨਾਥੂ ਰਾਮ ਗੋਡਸੇ। ਤਾਂ ਇੱਕ ਐਡਵੋਕੇਟ ਸੀ ਨਾਥੂ ਰਾਮ ਗੋਡਸੇ, ਇੱਕ ਹੋਰ ਪਰਸਨ ਸੀ ਨਾਲ ਇਹਨਾਂ ਦੇ ਨਾਨਾ ਆਪਟੇ। ਇਹਨਾਂ ਦੋ ਬੰਦਿਆਂ ਦੁਆਰਾ 30 ਜਨਵਰੀ 1948 ਨੂੰ ਗਾਂਧੀ ਜੀ ਰਾਜਨੀਤਿਕ ਹੱਤਿਆ ਹੋ ਗਈ। ਬਿਰਲਾ ਹਾਊਸ ਦੇ ਵਿੱਚ ਕੀ ਕਰ ਰਹੇ ਸੀ ਉਹ, ਈਵਨਿੰਗ ਪ੍ਰੇਅਰ। ਤੇ ਮਰਨ ਤੋਂ ਪਹਿਲਾਂ ਗਾਂਧੀ ਜੀ ਦੇ ਮੂੰਹੋਂ ਸਿਰਫ ਇੱਕੋ ਸ਼ਬਦ ਨਿਕਲਿਆ ਸੀ। ਲਾਸਟ ਵਰਡ ਕੀ ਨਿਕਲਿਆ ਮਰਨ ਤੋਂ ਪਹਿਲਾਂ ਗਾਂਧੀ ਜੀ ਦੇ ਮੂੰਹੋਂ? ਉਹ ਲਾਸਟ ਵਰਡ ਸੀਗਾ ਹੇ ਰਾਮ। ਤਾਂ ਆਖਰੀ ਸ਼ਬਦ ਜਿਹੜੇ ਗਾਂਧੀ ਦੇ ਮੁਖ ਚੋਂ ਨਿਕਲੇ ਹੇ ਰਾਮ, ਠੀਕ ਹੈ ਜੀ, ਹੇ ਰਾਮ ਨਿਕਲਿਆ। ਤੇ ਇਸੇ ਕਰਕੇ ਫਿਰ ਜਦੋਂ ਇਹਨਾਂ ਨੂੰ ਗਾਂਧੀ ਦੀ ਹੱਤਿਆ ਤੋਂ ਬਾਅਦ ਆਪਾਂ 30 ਜਨਵਰੀ ਨੂੰ ਕਿਹੜਾ ਸ਼ਹੀਦੀ ਦਿਵਸ ਮਨਾਉਂਦੇ ਆ, ਤੇ ਇਹਨਾਂ ਨੂੰ ਫਿਰ ਨਾਥੂ ਰਾਮ ਗੋਡਸੇ ਤੇ ਨਾਨਾ ਆਪਤੇ ਨੂੰ 15 ਨਵੰਬਰ 1949 ਨੂੰ ਅੰਬਾਲਾ ਦੀ ਸੈਂਟਰਲ ਜੇਲ੍ਹ 'ਚ ਫਾਂਸੀ ਦੇ ਦਿੱਤੀ ਗਈ। ਅੰਬਾਲਾ ਸੈਂਟਰਲ ਜੇਲ੍ਹ। ਤੇ ਇੱਦਾਂ ਗਾਂਧੀ ਜੀ ਕੀ ਹੈ, ਅਮਰ ਹੋ ਗਏ 30 ਜਨਵਰੀ 1948 ਨੂੰ। ਤੇ ਅੰਬਾਲਾ ਦੀ ਸੈਂਟਰਲ ਜੇਲ੍ਹ 'ਚ ਇਹਨਾਂ ਨੂੰ ਕੀ ਹੋ ਗਈ, ਨਾਥੂ ਰਾਮ ਗੋਡਸੇ ਤੇ ਨਾਨਾ ਆਪਤੇ ਨੂੰ ਐਗਜ਼ੀਕਿਊਸ਼ਨ, ਫਾਂਸੀ ਦੇ ਦਿੱਤੀ ਗਈ। ਠੀਕ ਹੈ ਜੀ। ਤਾਂ ਇਹ ਆਪਾਂ ਦੇਖਿਆ ਵੀ ਗਾਂਧੀ ਦੇ ਸਿਰਫ ਜੀਵਨ ਬਾਰੇ, ਠੀਕ ਹੈ ਜੀ, ਕਿੱਦਾਂ ਉਹਨਾਂ ਨੇ ਕੀ ਹੈ ਜੀਵਨੀ ਸੀ, ਕਿੱਦਾਂ ਡੈਥ ਹੋਈ। ਠੀਕ ਹੈ, ਹੁਣ ਆਪਾਂ ਕੀ ਦੇਖਾਂਗੇ ਕਿ ਗਾਂਧੀ ਜੀ ਦੀ ਵਾਪਸੀ ਹੋਈ ਹੈ 1915 ਤੋਂ ਲੈ ਕੇ ਭਾਰਤ ਆਜ਼ਾਦੀ ਤੱਕ ਗਾਂਧੀ ਜੀ ਨੇ ਕਿਹੜੇ ਅੰਦੋਲਨ ਚਲਾਏ ਹੈ, ਉਹਨਾਂ ਅੰਦੋਲਨਾਂ ਬਾਰੇ ਆਪਾਂ ਡਿਸਕਸ ਕਰਾਂਗੇ ਵੀ ਕਿਹੜੇ ਅੰਦੋਲਨ ਚਲਾਏ ਆ ਗਾਂਧੀ ਜੀ ਨੇ। ਉਹ ਆਪਾਂ ਨੈਕਸਟ ਲੈਕਚਰ ਡਿਸਕਸ ਕਰਾਂਗੇ। ਤਾਂ ਅੱਜ ਆਪਾਂ ਇੱਕ ਗਾਂਧੀ ਦੀ ਜੀਵਨੀ ਬਾਰੇ ਦੇਖਿਆ ਵੀ ਉਹਨਾਂ ਜਨਮ ਕਿੱਥੇ ਹੋਇਆ, ਮਾਤਾ ਪਿਤਾ ਦਾ ਨਾਮ, ਕਿੰਨੇ ਬੱਚੇ ਸੀ, ਤੇ ਕਦੋਂ ਪੜ੍ਹਾਈ ਪੂਰੀ ਕੀਤੀ, ਅਫਰੀਕਾ ਕਾਹਤੋਂ ਗਏ, ਕਿਹੜੇ ਕੰਮ ਕੀਤੇ ਉੱਥੇ, ਤੇ ਵਾਪਸੀ ਵੇਲੇ ਅੰਦੋਲਨ ਚਲਾਏ। ਫਿਰ ਉਹਨਾਂ ਦੀ ਕੀ ਹੋਈ, ਡੈਥ ਹੋਈ 30 ਜਨਵਰੀ 1948 ਨੂੰ। ਤਾਂ 30 ਜਨਵਰੀ ਨੂੰ ਆਪਾਂ ਕਿਹੜਾ ਦਿਵਸ ਹੁੰਦਾ, ਮਾਰਟੀਅਰ ਡੇ। ਠੀਕ ਹੈ। ਤਾਂ ਡੈਥ ਹੋਈ ਕਿਹਦੇ ਦੁਆਰਾ, ਇੱਕ ਐਡਵੋਕੇਟ ਨਾਥੂ ਰਾਮ ਗੋਡਸੇ ਔਰ ਨਾਨਾ ਆਪਤੇ, ਇਹਨਾਂ ਦੁਆਰਾ। ਤੇ ਆਖਰੀ ਵਾਰ ਮਰਨ ਤੋਂ ਪਹਿਲਾਂ ਜਿਹੜੇ ਲਾਸਟ ਸ਼ਬਦ ਨਿਕਲੇ ਮੂੰਹ ਚੋਂ ਸੀਗਾ ਹੇ ਰਾਮ। ਠੀਕ ਹੈ ਜੀ। ਬਿਰਲਾ ਹਾਊਸ 'ਚ ਪ੍ਰੇਅਰ ਕਰ ਰਹੇ ਸੀ ਤੇ 15 ਨਵੰਬਰ 1949 ਨੂੰ ਦੋਨਾਂ ਬੰਦਿਆਂ ਨੂੰ ਅੰਬਾਲਾ ਸੈਂਟਰਲ ਜੇਲ੍ਹ 'ਚ ਫਾਂਸੀ ਦੇ ਦਿੱਤੀ ਗਈ। ਠੀਕ ਹੈ ਜੀ। ਤਾਂ ਅੱਜ ਲਈ ਬਸ ਇੰਨਾ ਹੀ। ਤਾਂ ਇਹ ਆਪਣਾ ਕੀ ਸੀ ਗਾਂਧੀ ਦੀ ਜੀਵਨੀ ਬਾਰੇ, ਜੋ ਕਿ ਪੀ-ਟੈਟ ਤੇ ਸੀ-ਟੈਟ ਦੇ ਐਗਜ਼ਾਮ ਲਈ ਬੜਾ ਲਾਭਦਾਇਕ ਹੋਵੇਗਾ। ਮੈਂ ਪਹਿਲਾਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਗਾਂਧੀ ਜੀ ਕੀ ਹੈ, ਆਪਾਂ ਜਦੋਂ ਭਾਰਤ ਦੀ ਆਜ਼ਾਦੀ ਬਾਰੇ ਪੜ੍ਹਦੇ ਹਾਂ ਤਾਂ ਤਕਰੀਬਨ ਇੱਕ ਯੁੱਗ ਆਪਾਂ ਗੱਲ ਕਰੀਏ 1915 ਤੋਂ 47 ਤੱਕ, ਇਹ ਸਾਰਾ ਟਾਈਮ ਪੀਰੀਅਡ ਆਪਾਂ ਬੋਲਦੇ ਹਾਂ ਗਾਂਧੀ ਯੁੱਗ, ਕਿਉਂਕਿ ਜ਼ਿਆਦਾਤਰ ਇਸ ਟਾਈਮ ਪੀਰੀਅਡ 'ਚ ਜ਼ਿਆਦਾ ਅਹਿਮ ਰੋਲ ਕਿਹੜੇ ਪਰਸਨ ਦਾ ਰਿਹਾ, ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦਾ। ਤੇ ਮਹਾਤਮਾ ਗਾਂਧੀ ਨੂੰ ਰਾਸ਼ਟਰਪਿਤਾ ਕਿਹਾ ਕਿਹਨੇ ਸੀ, ਸੁਭਾਸ਼ ਚੰਦਰ ਬੋਸ ਨੇ ਪਹਿਲੀ ਵਾਰ ਇੱਕ ਰੇਡੀਓ ਦੇ ਜ਼ਰੀਏ, ਇੱਕ ਰੇਡੀਓ ਸਟੇਸ਼ਨ ਦੇ ਜ਼ਰੀਏ ਪਹਿਲੀ ਵਾਰ ਗਾਂਧੀ ਜੀ ਨੂੰ ਫਾਦਰ ਆਫ ਨੇਸ਼ਨ ਕਹਿ ਕੇ ਪੁਕਾਰਿਆ ਸੀ, ਆਪਣੇ ਬਾਪੂ ਗਾਂਧੀ ਜੀ ਨੂੰ। ਤੇ ਜਿਹੜਾ ਇਹਨਾਂ ਦੇ ਅੱਗੇ ਸ਼ਬਦ ਲੱਗਦਾ ਮਹਾਤਮਾ ਸ਼ਬਦ ਕੀ ਹੋਊਗਾ, ਜਦੋਂ ਆਪਾਂ ਕੱਲ ਪੜਾਂਗੇ ਕਿ ਗਾਂਧੀ ਜੀ ਸਭ ਤੋਂ ਪਹਿਲਾਂ ਸੱਤਿਆਗ੍ਰਹਿ ਛੇੜਨਗੇ ਬਿਹਾਰ ਦੇ ਚੰਪਾਰਨ ਨਾਮ ਦੇ ਪਿੰਡ 'ਚ। ਜਦੋਂ ਉਹ ਸੱਤਿਆਗ੍ਰਹਿ ਸਫਲ ਹੋ ਜਾਊਗਾ, ਆਪਾਂ ਨੂੰ ਜਿੱਤ ਪ੍ਰਾਪਤ ਹੋ ਜਾਊਗੀ, ਤਾਂ ਉਸ ਜਿੱਤ ਦੀ ਖੁਸ਼ੀ 'ਚ ਜਿਹੜੇ ਆਪਣੇ ਭਾਰਤ ਦੇ ਬੜੇ ਹੀ ਪ੍ਰਸਿੱਧ ਲੇਖਕ ਸੀਗੇ ਜਿਨ੍ਹਾਂ ਨੇ ਆਪਣਾ ਰਾਸ਼ਟਰੀ ਗਾਨ ਲਿਖਿਆ, ਰਵਿੰਦਰਨਾਥ ਟੈਗੋਰ ਨੇ ਜਨ ਗਣ ਮਨ, ਉਹਨਾਂ ਦੁਆਰਾ ਹੀ ਗਾਂਧੀ ਜੀ ਨੂੰ ਇੱਕ ਉਪਾਧੀ ਦਿੱਤੀ ਗਈ ਮਹਾਤਮਾ ਦੀ। ਤਾਂ ਗਾਂਧੀ ਜੀ ਨੂੰ ਮਹਾਤਮਾ ਦੀ ਉਪਾਧੀ ਮਿਲੀ ਹੈ ਰਵਿੰਦਰਨਾਥ ਟੈਗੋਰ ਕੋਲੋਂ। ਤੇ ਗਾਂਧੀ ਨੂੰ ਰਾਸ਼ਟਰਪਿਤਾ ਕਿਹਾ ਕਿਹਨੇ ਸੀ ਪਹਿਲੀ ਵਾਰ, ਸੁਭਾਸ਼ ਚੰਦਰ ਬੋਸ ਨੇ। ਤਾਂ ਫਿਰ ਆਪਾਂ ਕੱਲ ਡਿਸਕਸ ਕਰਾਂਗੇ ਅੱਗੇ ਲੈਕਚਰ, ਗਾਂਧੀ ਦੇ ਅੰਦੋਲਨਾਂ ਬਾਰੇ ਪੜਾਂਗੇ। ਤਾਂ ਇੱਕ ਵਾਰ ਫਿਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।